ਵਾਹਿਗੁਰੂ ਵਾਹਿਗੁਰੂ तुद आगे अरदास हमारी जियो पिंड सब तेरा कहो नानक सब तेरी वड्याई कोई नाओ न जाने मेरा। ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी। सतगुर नानक प्रगटिया मिटी धुंध जग चानन हुआ ज्यों कर सूरज निकलिया तारे छपे अंधेर बलुआ। सुनी पुकार दातार प्रभ गुरु नानक जग माही पठाया चरण तोए रह रास काजे चरण अमृत सिखा पिलाया। नारायण नरपत नमस्कारे ऐसे गुर को बल बल जाइए आप मुकुट मोहे तारे। आनंद गुणी निधान गुरु गरीब निवाज गरीब निवाज गरीब निवाज। अकाल रूप एक बाबा अकाल रूप एक बाबा अकाल रूप एक बाबा दूजार बाबी मर्दाना एक बाबा अकाल रूप एक बाबा। दूजार बाबी मर्दाना एक बाबा अकाल रूप एक बाबा।
ਦੂਜਰ ਬਾਪੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਦਿੱਤੀ ਵਾਂਗ ਨਿਵਾਜ ਕਰੇ ਦਿੱਤੀ ਵਾਂਗ ਨਿਵਾਜ ਕਰੇ ਸੁਨ ਸਮਾਨ ਹੋਆ ਜਹਾਨਾ ਸੁਨ ਸਮਾਨ ਹੋਆ ਜਹਾਨਾ ਸੁਨ
ਨਾਨਕ ਕਲ ਵਿੱਚ ਆਇਆ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਰੱਬ ਫਕੀਰ ਇੱਕੋ ਪਹਿਚਾਨਾ। ਨਾਨਕ ਕਲ ਵਿੱਚ ਆਇਆ, ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਰੱਬ ਫਕੀਰ ਇੱਕੋ ਪਹਿਚਾਨਾ। ਧਰਤੀ ਆਕਾਸ਼ ਜਹੋਂ ਦਿਸ ਜਾਨਾ, ਇੱਕ ਬਾਬਾ ਅਕਾਲ ਰੂਪ। ਇੱਕ ਬਾਬਾ ਕਾਲ ਰੂਪ। ਇੱਕ ਬਾਬਾ ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ। ਇੱਕ ਬਾਬਾ ਕਾਲ ਰੂਪ। ਇੱਕ ਬਾਬਾ ਵਾਹਿਗੁਰੂ। ਤੇਰਾ ਅੰਤ ਨ ਜਾਣਾ, ਤੇਰਾ ਅੰਤ ਨ ਜਾਣਾ, ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੇਰਾ ਅੰਤ ਨ ਜਾਣਾ, ਤੇਰਾ ਅੰਤ ਨ ਜਾਣਾ, ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੇਰਾ ਅੰਤ ਨ ਜਾਣਾ, ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੂੰ ਜਲ ਥਲ ਮਹੀਲ ਪਰ ਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਤੂੰ ਜਲ ਥਲ ਮਹੀਲ ਪਰ ਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਤੂੰ ਜਲ ਥਲ ਮਹੀਲ ਪਰ ਪੁਰ ਲੀਣਾ, ਤੂੰ ਜਲ ਥਲ ਮਹੀਲ ਪਰ ਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਆਪੇ ਸਰਬ ਸਮਾਣਾ। ਤੇਰਾ ਅੰਤ ਨ ਜਾਣਾ, ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੇਰਾ ਅੰਤ ਨ ਜਾਣਾ, ਮੇਰੇ ਲਾਲ ਜੀਓ, ਮੇਰੇ ਲਾਲ ਜੀਓ।
मेरे लाल जियो तेरा अंत न जाना मेरे लाल जियो मेरे लाल जियो आपे कंडा तोल तराजी आपे तोलन हारा आपे कंडा तोल तराजी आपे तोलन हारा आपे देखे आपे बूझे आपे देखे आपे मुझे आपे है बन जागा आपे है बन जागा तेरा अंत न जाना तेरा अंत न जाना मेरे लाल जियो मेरे लाल तेरा अंत न जाना तेरा अंत न जाना मेरे लाल जियो मेरे लाल जियो अंदला नीच जात परदेसी खिल आवे दिल जावे अंदला नीच जात परदेसी खिल आवे दिल जावे ताकि संगत नानक रहंदा ताकि संगत नानक रहंदा क्यों कर मूड़ा पावे क्यों कर मूड़ा पावे तेरा अंत न जाना तेरा अंत न जाना मेरे लाल जियो मेरे लाल जियो तेरा अंत न जाना मेरे लाल जियो मेरे लाल जियो तू जल थल महियल पर पुर नीना तू आपे सर्व समाना तू जल थल महियल पर पुर नीना तू आपे सर्व समाना तू जल थल महियल पर पुर नीना तू जल थल महियल पर पुर नीना तू आपे सर्व समाना तेरा अंत न जाना तेरा अंत
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹਨਾਂ ਦੇ ਅਵਤਾਰ ਗੁਰਪੁਰਬ ਦਿਹਾੜਿਆਂ ਨੂੰ ਸਮਰਪਿਤ ਜੋ ਆਪਾਂ ਸਮਾਗਮ ਕਰ ਰਹੇ ਹਾਂ, ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਵਿਸਾਖ ਦੇ ਮਹੀਨੇ ਦੇ ਵਿੱਚ ਹੁੰਦਾ ਹੈ। ਵਿਸਾਖ ਮਹੀਨੇ ਦਾ ਉਹਨਾਂ ਦਾ ਪ੍ਰਕਾਸ਼ ਹੈ ਤੇ ਪ੍ਰਚਲਿਤ ਰੀਤੀ ਅਨੁਸਾਰ ਕੱਤੇ ਦੀ ਪੁੰਨਿਆ ਨੂੰ ਜੋ ਇਹ ਦਿਨ ਆਪਾਂ ਮਨਾਉਂਦੇ ਹਾਂ, ਤਰੀਕਾਂ ਦੇ ਹਿਸਾਬ ਨਾਲ ਇਹ ਹੋਰ ਵੀ ਅੱਗੇ ਪਿੱਛੇ ਆ ਜਾ ਰਿਹਾ ਹੈ। ਤੋ ਵਿਦਵਾਨ ਪੁਰਸ਼ ਕਹਿੰਦੇ ਨੇ, ਕਹਿੰਦੇ ਭਾਈ ਜਿਹੜੇ ਇਹੋ ਜਿਹੇ ਸੰਤ ਜਨ ਗੁਰੂ ਜਨ ਹੁੰਦੇ ਨੇ, ਉਹਨਾਂ ਦੀ ਯਾਦ ਇੱਕ ਦਵਾਈ ਦੀ ਤਰ੍ਹਾਂ ਹੁੰਦੀ ਹੈ। ਸਾਰਾ ਜਗਤ ਹੀ ਬਿਮਾਰ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਇਹ ਰੋਗ ਸਾਰੇ ਜਗਤ ਨੂੰ ਚਿੰਬੜੇ ਹੋਏ ਨੇ ਤੇ ਇਹਨਾਂ ਰੋਗਾਂ ਦੀ ਜਿਹੜੀ ਦਾਰੂ ਹੈ ਉਹ ਸਤਿਪੁਰਸ਼ਾਂ ਦੇ ਉਪਦੇਸ਼ ਹੁੰਦੇ ਨੇ। ਸਤਿਪੁਰਸ਼ਾਂ ਦਾ ਉਪਦੇਸ਼ ਇਹਨਾਂ ਰੋਗਾਂ ਦੀ ਦਵਾਈ ਹੋਇਆ ਕਰਦਾ ਹੈ ਤੇ ਜੋ ਮਨੁੱਖ ਸਤਿਪੁਰਸ਼ਾਂ ਦੇ ਜੀਵਨ ਨੂੰ ਵਾਚ ਕੇ ਉਸ ਦੇ ਅਨੁਸਾਰ ਚੱਲ ਪੈਂਦਾ ਹੈ ਤਾਂ ਬਾਬਾ ਜੀ ਕਹਿੰਦੇ ਨੇ ਭਾਈ ਉਹ ਆਪਣੇ ਰੋਗ ਠੀਕ ਕਰਵਾ ਲੈਂਦਾ ਹੈ। ਉਹਨਾਂ ਦੇ ਇਹ ਜਿਹੜੇ ਰੋਗ ਨੇ ਮਿਟ ਜਾਂਦੇ ਨੇ। ਜਦੋਂ ਮਰਜੀ ਕਿਸੇ ਸਤਿਪੁਰਸ਼ ਦੇ ਜੀਵਨ ਦੇ ਨਾਲ ਜੁੜ ਜਾਈਏ, ਜਦੋਂ ਮਰਜੀ ਕਿਸੇ ਸਤਿਪੁਰਸ਼ ਦੇ ਜੀਵਨ ਨੂੰ ਜੋ ਦੇ ਉਪਦੇਸ਼ ਨੂੰ ਕਮਾ ਲਈਏ, ਜਦੋਂ ਕਮਾ ਲਿਆ ਉਦੋਂ ਹੀ ਆਪਣੇ ਇਹ ਰੋਗ ਨੇ ਜਿਹੜੇ ਦੂਰ ਹੋ ਜਾਣਗੇ। ਚਾਹੇ ਉਹ ਵਿਸਾਖ ਦੇ ਵਿੱਚ ਕਮਾ ਲਈਏ, ਚਾਹੇ ਕੱਤੇ ਵਿੱਚ ਕਮਾ ਲਈਏ, ਚਾਹੇ ਮੱਘਰ ਦਾ ਮਹੀਨਾ ਚੱਲ ਪਿਆ ਇਸ ਵਿੱਚ ਕਮਾ ਲਈਏ। ਤੋ ਪਾਤਸ਼ਾਹ ਜੀ ਕਹਿੰਦੇ ਨੇ ਸਤਿਪੁਰਸ਼ਾਂ ਦਾ ਜਿਹੜਾ ਜੀਵਨ ਹੈ, ਉਪਦੇਸ਼ ਹੈ, ਉਹ ਜਿਹੜਾ ਹੈ ਉਹ ਦਵਾਈ ਵਰਗਾ ਹੈ। ਜਦੋਂ ਵੀ ਜੀਵ ਉਸ ਉਪਦੇਸ਼ ਰੂਪੀ ਦਵਾਈ ਨੂੰ ਗ੍ਰਹਿਣ ਕਰਦਾ ਹੈ, ਉਹਦੇ ਇਹ ਜਿਹੜੇ ਰੋਗ ਨੇ ਇਹ ਮਿਟਣੇ ਸ਼ੁਰੂ ਹੋ ਜਾਂਦੇ ਨੇ। ਅਖੀਰ ਵਿੱਚ ਜਿਵੇਂ ਜਿਵੇਂ ਉਪਦੇਸ਼ ਨਾਲ ਜੁੜਿਆ ਰਹਿੰਦਾ, ਉਵੇਂ ਉਵੇਂ ਇਹਦੇ ਜਿਹੜੇ ਰੋਗ ਨੇ ਉਹ ਖਤਮ ਹੁੰਦੇ ਜਾਂਦੇ ਨੇ। ਤੇ ਇਹ ਨਹੀਂ ਹੈ ਇੱਕ ਦਿਨ ਹੋਇਆ, ਇੱਕ ਦਿਨ ਦਵਾਈ ਲਈ, ਇੱਕ ਦਿਨ ਉਪਦੇਸ਼ ਕਮਾਇਆ ਤੇ ਇੱਕ ਦਿਨ ਦੇ ਨਾਲ ਇਹ ਜਿਹੜਾ ਰੋਗ ਹੈ ਮਿਟ ਜੇਗਾ। ਪਾਤਸ਼ਾਹ ਕਹਿੰਦੇ ਇੱਕ ਦਿਨ ਦੇ ਨਾਲ ਨਹੀਂ ਹੁੰਦਾ। ਜਿੰਨਾ ਪੁਰਾਣਾ ਰੋਗ ਹੈ ਉਹਨਾਂ ਸਮਾਂ ਦਵਾਈ ਵੀ ਵੱਧ ਖਾਣੀ ਪੈਂਦੀ ਹੈ। ਉਸ ਦੇ ਨਾਲ ਰੋਗ ਦੀ ਨਿਵਰਤੀ ਹੁੰਦੀ ਹੈ। ਤੋ ਇੱਕ ਦਿਨ ਸਤਸੰਗਤ ਦੇ ਵਿੱਚ ਆ ਕੇ ਇਸ ਮਰਜ਼ ਨੂੰ ਆਰਾਮ ਨਹੀਂ ਆ ਜਾਣਾ। ਪਾਤਸ਼ਾਹ ਕਹਿੰਦੇ ਨੇ ਰੋਜ਼ ਰੋਜ਼ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਪਏਗਾ। ਪਾਤਸ਼ਾਹ ਕਹਿੰਦੇ ਨੇ ਜੋ ਹਰ ਰੋਜ਼ ਉਸ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜ, ਗੁਰੂ ਪਾਤਸ਼ਾਹ ਕਹਿੰਦੇ ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀਸ਼ਵਰਾ। ਨਿਤ ਨਿਤ ਰੋਜ਼ ਰੋਜ਼ ਉਸ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਪੈਂਦਾ ਹੈ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾ ਲੈਂਦਾ ਹੈ, ਬਾਬਾ ਜੀ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਗੁਰੂ ਕਿਰਪਾ ਦੁਆਰਾ ਉਹਦਾ ਉਧਾਰ ਹੁੰਦਾ ਹੈ। ਜਿਹੜਾ ਵੀ ਗੁਰੂ ਦੇ ਫਲਸਫੇ ਨੂੰ ਸਮਝ ਲੇ, ਗੁਰੂ ਦੇ ਉਪਦੇਸ਼ ਨੂੰ ਕਮਾ ਲੇ, ਗੁਰੂ ਕਿਰਪਾ ਦੁਆਰਾ ਉਹਦਾ ਉਧਾਰ ਹੋਣਾ ਨਿਸ਼ਚਿਤ ਹੈ। ਪਰ ਗੁਰੂ ਹੋਵੇ ਪੂਰਾ, ਪੂਰਾ ਗੁਰੂ ਹੀ
ਪਾਰ ਕਰ ਸਕਦਾ ਹੈ ਸੰਸਾਰ ਸਮੁੰਦਰ ਤੋਂ। ਇਸ ਕਰਕੇ ਗੁਰੂ ਪਾਤਸ਼ਾਹ ਜੀ ਵਾਰ-ਵਾਰ ਬਾਣੀ ਵਿੱਚ ਇਹੀ ਆਖਦੇ ਨੇ, ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਪੂਰਾ ਗੁਰੂ ਹੋਵੇ, ਪੂਰਾ ਗੁਰੂ ਤੈਨੂੰ ਪਾਰ ਉਤਾਰ ਸਕਦਾ ਹੈ। ਪੂਰਾ ਗੁਰੂ ਭਵਜਲ ਦੇ ਵਿੱਚੋਂ ਡੁੱਬਦੇ ਨੂੰ ਕੱਢ ਸਕਦਾ ਹੈ। ਕੱਚੇ ਤੋਂ ਆਪ ਡੁੱਬ ਜਾਂਦੇ ਨੇ, ਉਹ ਤੈਨੂੰ ਪਾਰ ਨਹੀਂ ਲਾ ਸਕਣਗੇ। ਜ਼ਿਕਰ ਹੈ ਇਤਿਹਾਸ ਵਿੱਚ, ਜਿਹੜਾ ਪੂਰਾ ਹੈ ਉਹਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈ, ਉਹ ਚੀਜ਼ ਆਪਣੇ ਕੋਲੋਂ ਦਿੰਦਾ ਹੈ। ਜਿਹੜਾ ਕੱਚਾ ਹੈ, ਕੱਚਾ ਲਾਲਚ ਪ੍ਰਵਿਰਤੀ ਕਰਕੇ ਲੋਕਾਂ ਨੂੰ ਲੁੱਟਣ ਲਈ, ਉਹਨਾਂ ਦਾ ਸ਼ੋਸ਼ਣ ਕਰਨ ਦੇ ਲਈ ਉਹ ਡਫੋਂਗ ਰਚਦਾ ਹੈ। ਗੁਰੂ ਨਾਨਕ ਦੇਵ ਬਾਬਾ ਜੀ ਦਾ ਜੀਵਨ ਪੜ੍ਹੀਏ ਤਾਂ ਉਸ ਵਿੱਚ ਇੱਕ ਘਟਨਾ ਦਰਜ ਹੈ। ਸਿੰਗਲਾਦੀਪ ਦੇ ਰਾਜੇ ਸ਼ਿਵਨਾਭ ਦੀ। ਰਾਜੇ ਸ਼ਿਵਨਾਭ ਨੇ ਬਾਬੇ ਨਾਨਕ ਜੀ ਦੀ ਮਹਿਮਾ ਸੁਣੀ, ਗੁਰੂ ਨਾਨਕ ਜੀ ਦੇ ਸਿੱਖਾਂ ਦੇ ਦੀਦਾਰੇ ਕੀਤੇ। ਬਾਬੇ ਨਾਨਕ ਦੀ ਸਿੱਖਿਆ ਤੇ ਤੁਰਨ ਵਾਲੇ ਉਹ ਗੁਰੂ ਕੇ ਸਿੱਖ ਨੇ, ਗੁਰੂ ਆਸ਼ੇ ਅਨੁਸਾਰ ਕੰਮ ਕਰਦੇ ਨੇ, ਤੇ ਉਹਨਾਂ ਦਾ ਜੀਵਨ ਦੇਖ ਕੇ ਉਹ ਆਸ਼ਾਸ਼ ਕਰ ਉੱਠਾ, ਕਹਿੰਦਾ ਇਹੋ ਜਿਹੇ ਵੀ ਬੰਦੇ ਨੇ ਇਸ ਜਗਤ ਦੇ ਵਿੱਚ ਰਹਿਣ ਵਾਲੇ, ਇੰਨਾ ਉੱਚਾ ਸੁੱਚਾ ਇਹਨਾਂ ਦਾ ਜੀਵਨ, ਇਹਨਾਂ ਦਾ ਜੀਵਨ ਤੋਂ ਦੇਵਤਿਆਂ ਦੇ ਨਾਲੋਂ ਵੀ ਵਧੀਆ ਹੈ। ਜਦੋਂ ਇਹ ਇੰਨੇ ਸੱਚੇ ਸੁੱਚੇ ਨੇ, ਇਹ ਇੰਨੇ ਚੰਗੇ ਨੇ, ਤਾਂ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਏਗਾ। ਇਹਨਾਂ ਦੇ ਗੁਰੂ ਦੇ ਵੀ ਦੀਦਾਰੇ ਕਰਨੇ ਬਣਦੇ ਨੇ। ਪੁੱਛਦਾ ਹੈ ਕਿ ਭਾਈ ਤੁਹਾਡੇ ਜੋ ਮੈਂ ਗੁਰੂ ਦੇ ਦਰਸ਼ਨ ਕਰਨੇ ਨੇ, ਤੁਹਾਡਾ ਗੁਰੂ ਕਿੱਥੇ ਰਹਿੰਦਾ ਹੈ, ਕੌਣ ਹੈ ਤੁਹਾਡਾ ਗੁਰੂ? ਉਹ ਕਹਿੰਦੇ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ। ਗੁਰੂ ਨਾਨਕ ਰਹਿੰਦਾ ਕਿੱਥੇ ਹੈ? ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਚੜਿਆ ਸੋਧਣ ਧਰਤ ਲੁਕਾਈ, ਉਹ ਲੁਕਾਈ ਦੇ ਜਿਹੜੇ ਭਰਮ ਜਾਲ ਦੇ ਵਿੱਚ ਪਾ ਕੇ ਲੋਕਾਂ ਲੁੱਟ ਰਹੇ ਨੇ, ਲੁਕਾਈ ਨੂੰ ਸ਼ੋਸ਼ਣ ਕਰ ਰਹੇ ਨੇ, ਉਹਨਾਂ ਨੂੰ ਸੁਧਾਰਨ ਦੇ ਲਈ ਕਮਰ ਕਸਾ ਕੀਤਾ ਹੈ ਬਾਬੇ ਨੇ। ਅਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਜੋ ਥਾਂ ਥਾਂ ਤੇ ਜਾ ਕਰਕੇ ਸੱਚ ਦਾ ਉਪਦੇਸ਼ ਕਰ ਰਹੇ ਨੇ, ਉਹਨਾਂ ਦਾ ਕੋਈ ਇੱਕ ਟਿਕਾਣਾ ਕਹਿ ਲਈਏ ਉਹ ਹੈ ਨਹੀਂ। ਰਾਜਾ ਸ਼ਿਵਨਾਭ ਕਹਿੰਦਾ ਮੈਂ ਤਾਂ ਉਹਨਾਂ ਦੇ ਦੀਦਾਰੇ ਕਰਨੇ ਲੋਚਦਾ ਹਾਂ, ਉਮਰ ਪਤਾ ਨਹੀਂ ਕਿੰਨੀ ਕੁ ਹੈ ਜੀ, ਇਸ ਜੀਵਨ ਦੇ ਵਿੱਚ ਬਾਬੇ ਨਾਨਕ ਦੇ ਦਰਸ਼ਨ ਹੋ ਜਾਣ ਤਾਂ ਚੰਗੀ ਗੱਲ ਹੈ। ਤੇ ਉਹ ਗੁਰੂ ਕੇ ਪਿਆਰੇ ਕਹਿੰਦੇ ਨੇ ਰਾਜਨ, ਸਤਿਗੁਰੂ ਪਾਤਸ਼ਾਹ ਜੀ ਸਮਰੱਥ ਨੇ, ਉਹਨਾਂ ਨੂੰ ਜਿਹੜਾ ਸੱਚੇ ਮਨੋਂ ਚੇਤੇ ਕਰਦਾ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰਕੇ ਜੋ ਉਹ ਆਪ ਹੀ ਆ ਕੇ ਦੀਦਾਰੇ ਦੇ ਜਾਂਦੇ ਨੇ, ਤੂੰ ਉਹਨਾਂ ਦੇ ਚਰਨਾਂ ਦਾ ਧਿਆਨ ਧਰ, ਉਹਨਾਂ ਨੂੰ ਚੇਤੇ ਕਰਿਆ ਕਰ, ਚੰਗੇ ਕੰਮ ਕਰਨੇ ਸ਼ੁਰੂ ਕਰ ਦੇ। ਜੋ ਕਿਸੇ ਨੂੰ ਹਨੱਕੇ ਨੂੰ ਸਜ਼ਾ ਨਾ ਦੇਈ, ਬਾਤੋਂ ਟੈਕਸ ਨਾ ਲਾਈ, ਜੋ ਚੰਗੇ ਕੰਮ ਕਰ ਤੇ ਗੁਰੂ ਨਾਨਕ ਦਾ ਧਿਆਨ ਧਰ ਕੇ ਅਰਦਾਸ ਕਰਿਆ ਕਰ, ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਿਓ, ਦਰਸ਼ਨ ਦੇਹੋ, ਤੋ ਬਾਬਾ ਨਾਨਕ ਜੀ ਆਪ ਹੀ ਤੇਰੇ ਘਰ ਨੂੰ ਭਾਗ ਲਾ ਦੇਣਗੇ, ਆਪ ਹੀ ਆ ਕੇ ਦਰਸ਼ਨ ਦੇ ਜਾਣਗੇ। ਕਹਿੰਦਾ ਠੀਕ ਹੈ। ਬਾਬੇ ਨਾਨਕ ਦੀਆਂ ਗੱਲਾਂ ਸੁਣਦਾ ਰਹਿੰਦਾ ਹੈ, ਗੁਰੂ ਨਾਨਕ ਜੀ ਕਿਵੇਂ ਦੇ ਨੇ, ਉਹਨਾਂ ਦੇ ਨਾਲ ਕੌਣ ਹੁੰਦਾ ਹੈ, ਉਹਨਾਂ ਦੇ ਉਪਦੇਸ਼ ਕਿਹੜੇ ਨੇ, ਜਿੰਨੀ ਕੁ ਬਾਣੀ ਸਿੱਖਾਂ ਨੂੰ ਚੇਤੇ ਹੈ ਉਹਨੂੰ ਸੁਣਾਉਂਦੇ ਨੇ। ਬਾਣੀ ਨੂੰ ਸੁਣ ਕੇ ਬੜਾ ਆਨੰਦ ਆਉਂਦਾ ਹੈ, ਬੜਾ ਆਨੰਦ ਵਿੱਚ ਮਗਨ ਹੋ ਕੇ ਬੈਠਾ ਰਹਿੰਦਾ, ਤੇ ਰੋਜ਼ ਦਰਸ਼ਨ ਦੀ ਪਿਆਸਾ ਵੱਧਦੀ ਜਾਂਦੀ ਹੈ, ਤੇ ਰੋਜ਼ ਅਰਦਾਸ ਬੇਨਤੀਆਂ ਕਰਦਾ ਹੈ। ਮੇਰਾ ਮਨ ਲੋਚੈ ਗੁਰੂ ਦਰਸ਼ਨ ਤਾਈ, ਬਿਰਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ, ਜੀਓ ਹਉ ਭੋਲੀ ਹਉ ਭੋਲ ਕਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਜਿਵੇਂ ਪੰਜਵੇਂ ਪਾਤਸ਼ਾਹ ਜੀ ਬੇਨਤੀਆਂ ਕਰਦੇ ਨੇ, ਇਸ ਤਰ੍ਹਾਂ ਬੇਨਤੀਆਂ ਕਰ ਰਿਹਾ ਹੈ। ਕਹਿੰਦੇ ਸਦਾ ਮਛਲੀ ਦੇ ਵਾਂਗ ਉਹਦਾ ਮਨ ਤੜਫਦਾ ਰਹਿੰਦਾ ਹੈ, ਕਿਹੜੇ ਵੇਲੇ ਗੁਰੂ ਪਾਤਸ਼ਾਹ ਦੇ ਦੀਦਾਰੇ ਉਹ ਬਣਨ। ਤੋ ਲੋਕਾਂ ਨੂੰ ਵੀ ਪਤਾ ਲੱਗਾ ਕਿ ਰਾਜਾ
ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨਾਂ ਦੀ ਲੋਚਾ ਲੈ ਕੇ ਬੈਠਾ ਹੈ। ਕੁਝ ਠੱਗ ਪ੍ਰਵਿਰਤੀ ਦੇ ਬੰਦੇ ਨੇ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਹ ਚੇਤੇ ਕਰ ਰਿਹਾ ਹੈ, ਤੋ ਕਹਿੰਦੇ ਨਕਲੀ ਨਾਨਕ, ਨਕਲੀ ਨਾਲ ਇੱਕ ਮਰਦਾਨਾ ਲੈ ਲਿਆ। ਉਹ ਆ ਜਾਂਦਾ ਹੈ, ਆ ਕੇ ਆਖਦਾ ਹੈ, ਰਾਜਨ ਤੇਰੀਆਂ ਇੰਤਜ਼ਾਰ ਦੀਆਂ ਜਿਹੜੀਆਂ ਘੜੀਆਂ ਨੇ ਉਹ ਖਤਮ ਹੋਈਆਂ। ਮੈਂ ਨਾਨਕ ਆ, ਮੇਰੇ ਨਾਲ ਮਰਦਾਨਾ ਦਿਦਾਰੇ ਕਰ ਲਾ। ਰਾਜਾ ਸ਼ਿਵਨਾਭ ਬੜਾ ਖੁਸ਼ ਹੋਇਆ, ਬੜੀ ਉਹਨਾਂ ਦੀ ਸੇਵਾ ਕੀਤੀ, ਬੜੇ ਉਹਨਾਂ ਨੂੰ ਦਾਨ ਦਸ਼ਨਾ ਦਿੱਤੀ। ਕੁਝ ਦਿਨ ਉਹ ਰਹੀ, ਬੜੇ ਆਨੰਦ ਵਿੱਚ ਉਹ ਵੀ ਰਹੀ, ਬੜੀ ਸੇਵਾ ਉਹਨਾਂ ਨੇ ਕਰਾਈ। ਤੇ ਸ਼ਿਵਨਾਭ ਮਨ ਹੀ ਮਨ ਸੋਚ ਰਿਹਾ, ਕਹਿੰਦਾ ਉਹ ਬਾਬਾ ਨਾਨਕ ਜੀ ਦੀ ਬਾਣੀ ਪੜ੍ਹਿਆ ਸਰੂਰ ਆਉਂਦਾ ਹੈ, ਜਿਹਦੀ ਬਾਣੀ ਪੜ੍ਹਿਆ ਇੰਨਾ ਆਨੰਦ, ਇੰਨਾ ਰਸ ਵੱਜਦਾ ਹੈ। ਉਹ ਬਾਬਾ ਨਾਨਕ ਜਦੋਂ ਆਪ ਆਇਆ ਤੇ ਰਸ ਕਾਤੋਂ ਨਹੀਂ ਆਇਆ, ਕਾਤੋਂ ਨਹੀਂ ਆਨੰਦ ਆਇਆ। ਮਨ ਵਿੱਚ ਇਸ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਸੋਚਦਾ ਹੈ, ਸੋਚਦਾ ਚਲੋ ਮੇਰੇ ਮਨ ਦੀ ਕੋਈ ਦਸ਼ਾ ਐਸੀ ਹੋ ਗਈ ਹੋਏਗੀ। ਉਹ ਨਾਨਕ ਤੇ ਮਰਦਾਨਾ ਵਿਦਾ ਹੋ ਜਾਂਦੇ ਨੇ। ਉਹ ਨਾਨਕ ਤੇ ਮਰਦਾਨਾ ਵਿਦਾ ਹੋਏ, ਇੱਕ ਦੋ ਦਿਨ ਲੰਘੇ, ਇੱਕ ਹੋਰ ਨਾਨਕ ਆ ਗਿਆ, ਇੱਕ ਹੋਰ ਮਰਦਾਨਾ ਆ ਗਿਆ। ਹੈਰਾਨ ਹੋਇਆ ਸ਼ਿਵਨਾਭ, ਕਹਿੰਦਾ ਕਿ ਨਾਨਕ ਤੇ ਮਰਦਾਨਾ ਤਾਂ ਅਜੇ ਕੱਲ ਪਰਸੋਂ ਮੇਰੇ ਕੋਲੋਂ ਗਏ ਨੇ। ਉਹ ਕਹਿੰਦਾ ਉਹ ਤਾਂ ਨਕਲੀ ਸੀ, ਅਸਲੀ ਨਾਨਕ ਤਾਂ ਮੈਂ ਹਾਂ, ਅਸਲੀ ਮਰਦਾਨਾ ਤਾਂ ਮੈਂ ਹਾਂ। ਰਾਜਾ ਸ਼ਿਵਨਾਭ ਉਹਨਾਂ ਦੀ ਵੀ ਸੇਵਾ ਪਾਣੀ ਕਰਦਾ, ਉਹਨਾਂ ਨੂੰ ਵੀ ਦਾਨ ਦਸ਼ਨਾ ਦਿੰਦਾ, ਉਹ ਵੀ ਚਲੇ ਜਾਂਦੇ। ਇੱਕ ਦੋ ਦਿਨ ਲੰਘਦੇ, ਇੱਕ ਹੋਰ ਨਾਨਕ ਆ ਜਾਂਦਾ, ਇੱਕ ਹੋਰ ਮਰਦਾਨਾ ਆ ਜਾਂਦਾ। ਸ਼ਿਵਨਾਭ ਹੈਰਾਨ, ਕਹਿੰਦਾ ਇਹ ਕੀ ਗੱਲ ਬਣ ਗਈ, ਇੰਨੇ ਨਾਨਕ, ਇੰਨੇ ਮਰਦਾਨੇ। ਇਹ ਦਾਨ ਦਸ਼ਨਾ ਦੇ ਭੁੱਖੇ ਲੋਕ ਨਾਨਕ ਨੂੰ ਵੀ ਨਹੀਂ ਬਖਸ਼ਦੇ, ਨਾਨਕ ਬਣ ਕੇ ਆ ਰਹੇ ਨੇ। ਹੁਣ ਕਹਿੰਦੇ ਮਨ ਵਿੱਚ ਉਹਨੇ ਗੁੱਸਾ ਖਾਧਾ, ਕਿਸੇ ਨੂੰ ਇਹ ਨਾ ਦੱਸਿਆ ਕਿ ਮੈਂ ਨਾਨਕ ਨਾਲ ਕਰਦਾ ਕੀ ਹਾਂ, ਮਰਦਾਨੇ ਨਾਲ ਕਰਦਾ ਕੀ ਹਾਂ। ਜਿਹੜਾ ਵੀ ਉਹਦੇ ਕੋਲੇ ਨਾਨਕ ਆਉਂਦਾ ਹੈ, ਜਿਹੜਾ ਵੀ ਉਹਦੇ ਕੋਲੇ ਮਰਦਾਨਾ ਆਉਂਦਾ ਹੈ, ਉਹ ਪ੍ਰੀਖਿਆ ਲੈਂਦਾ ਹੈ। ਦੋ ਤਰ੍ਹਾਂ ਦੀ ਪ੍ਰੀਖਿਆ। ਪਹਿਲਾਂ ਉਹ ਧਨ ਪਦਾਰਥ ਦਾ ਲਾਲਚ ਦਿੰਦਾ ਹੈ, ਫਿਰ ਉਹ ਸੁੰਦਰ ਰੂਪ ਦਾ ਜੋ ਲਾਲਚ ਦਿੰਦਾ ਹੈ। ਇਹਨਾਂ ਦੋਨਾਂ ਦੇ ਵਿੱਚ ਹੀ ਸੰਸਾਰੀ ਲੋਕ ਫਸ ਜਾਂਦੇ ਨੇ। ਪਦਾਰਥ ਤੋਂ ਫਸਿਆ ਰੂਪ ਦੇ ਜਾਲ ਦੇ ਵਿੱਚ ਉਹ ਫਸ ਹੀ ਜਾਂਦਾ ਹੈ, ਜਿਹੜਾ ਪਦਾਰਥ ਤੋਂ ਬਚਦਾ ਹੈ। ਤੋ ਕਹਿੰਦੇ ਜਦੋਂ ਕੋਈ ਨਵਾਂ ਨਾਨਕ ਆਉਂਦਾ, ਨਵਾਂ ਮਰਦਾਨਾ ਆਉਂਦਾ, ਉਹ ਕੁਝ ਕੁ ਤੋਂ ਧਨ ਪਦਾਰਥ ਵਿੱਚ ਜਾ ਗਲਤਾਨ ਹੁੰਦੇ, ਕੁਝ ਕੁ ਰੂਪ ਦੇ ਜਾਲ ਵਿੱਚ ਫਸ ਜਾਂਦੇ, ਤੇ ਜਿਹੜੇ ਫਸਦੇ ਨੇ ਉਹਨਾਂ ਨੂੰ ਚੋਰੀ ਹੀ ਇੱਕ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਹੈ ਰਾਜਾ ਸ਼ਿਵਨਾਭ। ਇਸ ਤਰ੍ਹਾਂ ਕਿੰਨੇ ਹੀ ਨਾਨਕ ਜਿਹੜੇ ਨਕਲੀ ਸੀ, ਕਿੰਨੇ ਹੀ ਮਰਦਾਨੇ ਜਿਹੜੇ ਰੋਟੀਆਂ ਕਾਰਨ ਪੂਰੇ ਤਾਲ ਵਾਲੇ ਸਨ, ਉਹ ਹੁਣ ਜੇਲ੍ਹ 'ਚ ਬੈਠੇ ਨੇ। ਜੇਲ੍ਹ 'ਚ ਬੈਠੇ ਆਖ ਰਹੇ ਨੇ ਕਿ ਅਸੀਂ ਤਾਂ ਬੁਰੇ ਫਸੇ, ਵਧੀਆ ਤੋਰੀ ਫੁਲਕਾ ਚੱਲਦਾ ਸੀ, ਨਾਨਕ ਬਣ ਕੇ ਕੀ ਲੈਣਾ ਸੀ। ਕਹਿੰਦੇ ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ, ਤੇ ਜੋ ਸ਼ਿਵਨਾਭ ਦੀ ਜਿਹੜੀ ਖਿੱਚ ਹੈ ਵੱਧਦੀ ਗਈ। ਰੋਜ਼ ਰੋਜ਼ ਆਖਦਾ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੁਖ ਰਹਿਣ ਨਾ ਵਿਆਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਮਛਲੀ ਦੇ ਵਾਂਗ ਤੜਪ ਰਿਹਾ ਹੈ, ਅਰਦਾਸਾਂ ਜੋਦੜੀਆਂ ਕਰ ਰਿਹਾ ਹੈ। ਪਾਤਸ਼ਾਹ ਮਿਹਰ ਕਰਦੇ, ਦਇਆ ਕਰਦੇ, ਆਪਣੇ ਦਰਸ਼ਨ ਬਖਸ਼ਦੇ। ਪਤਾ ਨਹੀਂ ਸਵਾਸਾਂ ਦੀ ਲੜੀ ਕਦੋਂ ਟੁੱਟ ਜੇ, ਇਹ ਕੋਈ ਪਤਾ ਨਹੀਂ ਹੈ। ਤੋ ਆਪ ਮਿਹਰ ਕਰ, ਕਿਰਪਾ ਕਰਕੇ ਦੀਦਾਰੇ ਬਖਸ਼। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਕਿਰਪਾ ਕੀਤੀ, ਉਹਨਾਂ ਦੇ ਚਰਨਾਂ ਦੇ ਵਿੱਚ
ਅਰਦਾਸ ਜਿਹੜੀ ਸੀ ਪ੍ਰਵਾਨ ਹੋਈ। ਤੋ ਹੁਣ ਸੱਚਮੁੱਚ ਹੀ ਬਾਬਾ ਨਾਨਕ ਜੀ ਮਰਦਾਨਾ ਸਮੇਤ ਆ ਗਏ ਨੇ ਸਿੰਗਲਾ ਦੀਪ ਦੇ ਵਿੱਚ। ਤੋ ਸਤਿਗੁਰੂ ਪਾਤਸ਼ਾਹ ਆਏ ਤੇ ਰਾਜੇ ਸ਼ਿਵਨਾਥ ਦੇ ਮਹਿਲ ਦੇ ਬਾਹਰ ਜਿਹੜਾ ਬਾਗ ਲੱਗਾ ਹੋਇਆ ਸੀ ਪਾਤਸ਼ਾਹ ਜੀ, ਉਹਦੇ ਵਿੱਚ ਠਹਿਰ ਗਏ। ਉਹਦੇ ਵਿੱਚ ਠਹਿਰੇ ਨਹੀਂ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਮਰਦਾਨਾ ਜੀ ਨੂੰ ਕਹਿੰਦੇ ਨੇ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ, ਉਸ ਕਰਤਾਰ ਦੀ ਸਿਫਤ ਸਲਾਹ ਕਰੀਏ। ਰਬਾਬ ਛੇੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਰਤਨ ਕੀਤਾ, ਸਮੇਂ ਦਾ ਰਾਗ ਗਾਇਆ ਅਤੇ ਜੋ ਅਜਿਹੇ ਢੰਗ ਦੇ ਨਾਲ ਗਾਉਂਦੇ ਨੇ ਕਿ ਪਸ਼ੂ ਪੰਛੀ ਵੀ ਜੋ ਝੂਮਣ ਲੱਗ ਪੈਂਦੇ ਨੇ। ਕਹਿੰਦੇ ਗੁਰੂ ਪਾਤਸ਼ਾਹ ਜੀ ਨੇ ਸੰਗੀਤ ਗਾਇਆ ਤਾਂ ਲੋਕਾਂ ਨੇ ਜਾ ਕੇ ਰਾਜੇ ਨੂੰ ਦੱਸਿਆ, ਕਹਿੰਦੇ ਰਾਜਨ ਅੱਜ ਤੋਂ ਇੰਜ ਲੱਗਦਾ ਹੈ ਕਿ ਸੱਚੂ ਹੀ ਨਾਨਕ ਆ ਗਿਆ। ਉਹਦੀ ਆਵਾਜ਼ ਵਿੱਚ ਇੰਨੀ ਕਸ਼ਿਸ਼, ਉਹਦਾ ਸਾਥੀ ਹੈ ਮਰਦਾਨਾ, ਉਹਦੀ ਰਬਾਬ, ਉਹਦੀਆਂ ਤਰੰਗਾਂ ਇੰਨੀਆਂ ਵਧੀਆ ਜੋ ਰਾਜਨ ਪਸ਼ੂ ਪੰਛੀ ਵੀ ਨੱਚ ਰਹੇ ਸੀ। ਇੰਜ ਜਾਪਦਾ ਸੀ ਸਾਰੀ ਕਾਇਨਾਤ ਝੂਮ ਰਹੀ ਹੋਵੇ ਰਬਾਬ ਦੀਆਂ ਦਰਬਾਂ ਦੇ ਉੱਪਰ। ਇੰਜ ਜਾਪਦਾ ਹੈ ਸੱਚੂ ਹੀ ਨਾਨਕ ਆ ਗਿਆ। ਉਹਦੇ ਚਰਨਾਂ ਨੂੰ ਫੜੀਏ, ਨਤਮਸਤਕ ਹੋਈਏ, ਉਹਦੀ ਸੇਵਾ ਕਰੀਏ। ਰਾਜਾ ਕਹਿੰਦਾ ਅਜੇ ਨਹੀਂ, ਇੰਨੇ ਨਾਨਕ ਤੇ ਮਰਦਾਨੇ ਜੇਲ੍ਹ ਵਿੱਚ ਬੰਦ ਨੇ। ਹੋ ਸਕਦਾ ਹੈ ਇਹ ਵੀ ਨਕਲੀ ਹੋਏ, ਪਰਖ ਤੋਂ ਕਰਨੀ ਚਾਹੀਦੀ ਹੈ। ਜੇ ਇਹ ਵੀ ਨਕਲੀ ਹੋਇਆ ਫਿਰ ਕੀ ਕਰਾਂਗੇ? ਠੀਕ ਹੈ, ਇਹਦੀ ਆਵਾਜ਼ ਵਿੱਚ ਕਸ਼ਿਸ਼ ਹੈ, ਉਹ ਰਬਾਬ ਵਜਾਉਂਦਾ ਹੈ, ਤਾਨਾਂ ਬੜੀਆਂ ਸੋਹਣੀਆਂ ਲੈਂਦਾ ਹੈ, ਚੰਗਾ ਗਵਈਆ ਵੀ ਹੋ ਸਕਦਾ ਹੈ। ਚੰਗੇ ਗਵਈਏ ਪਏ ਨੇ, ਚੰਗੇ ਲੈਕਚਰਰ ਪਏ ਨੇ ਜਿਹੜੇ ਲੈਕਚਰ ਕਰਦੇ ਨੇ। ਪਰ ਨਾਨਕ ਬਣ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਟੈਸਟ ਤੋਂ ਜ਼ਰੂਰੀ ਹੈ। ਗੁਰੂ ਧਾਰਨ ਕਰਨਾ ਹੈ। ਕੋਈ ਥੋੜੇ ਜਿਹੇ ਪੈਸਿਆਂ ਦੀ ਚੀਜ਼ ਲੈਂਦੇ ਹਾਂ, ਉਹਨੂੰ ਕਿੰਨੇ ਦਫਾ ਪਰਖਦੇ ਹਾਂ। ਤੇ ਹੁਣ ਤੋਂ ਗੁਰੂ ਧਾਰਨ ਕਰਨ ਦਾ ਸਵਾਲ ਹੈ। ਆਤਮਾ ਪਰਮਾਤਮਾ ਨਾਲ ਵਿਛੜੀ ਹੈ ਅਨੇਕਾਂ ਜਨਮਾਂ ਦੀ, ਤੇ ਪੂਰੇ ਗੁਰੂ ਨੇ ਹੀ ਇਹਨੂੰ ਪਰਮਾਤਮਾ ਜੀ ਦੇ ਨਾਲ ਮਿਲਾਉਣਾ ਹੈ। ਪਰਮੇਸ਼ਰ ਜੀ ਦੀ ਕਿਰਪਾ ਹੋਏ, ਪੂਰੇ ਨਾਨਕ ਹੋਣ ਮੈਂ ਤਾਂ ਚਾਹੁੰਦਾ ਹਾਂ, ਪਰ ਕਿਤੇ ਇਹ ਵੀ ਪਖੰਡੀ ਨਾ ਹੋਵੇ। ਇਹਦੀ ਜੋ ਪਰਖ ਕਰਨੀ ਬਣਦੀ ਹੈ। ਤੋ ਕਹਿੰਦੇ ਹੁਣ ਧਨ ਪਦਾਰਥ ਦੇ ਥਾਲ ਭਰ ਕੇ ਜੋ ਭੇਜੇ ਨੇ ਉਹਨੇ, ਤੋ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਜੰਗਲ ਦੇ ਉਹਦੇ ਬਾਗ ਦੇ ਵਿੱਚ ਨੇ, ਤੇ ਬਾਗ ਦੇ ਵਿੱਚ ਬੈਠੇ ਹੋਏ ਇਲਾਹੀ ਕੀਰਤਨ ਕਰ ਰਹੇ ਨੇ। ਪਾਤਸ਼ਾਹ ਦੇ ਅੱਗੇ ਪਦਾਰਥਾਂ ਨੇ ਢੇਰ ਲਾ ਦਿੱਤੇ, ਸਤਿਗੁਰੂ ਪਾਤਸ਼ਾਹ ਜੀ ਝਾਕੇ ਵੀ ਨਾ। ਫਿਰ ਕਹਿੰਦੇ ਜਦੋਂ ਜਾ ਕੇ ਦੱਸਿਆ ਸ਼ਿਵਨਾਥ ਨੂੰ, ਕਹਿੰਦੇ ਉਹ ਪਦਾਰਥ ਵੱਲ ਨਹੀਂ ਝਾਕਦਾ। ਸ਼ਿਵਨਾਥ ਕਹਿੰਦਾ ਹੁਣ ਦੂਜਾ ਤਰੀਕਾ ਵਰਤੀਏ। ਸੁੰਦਰ ਲੜਕੀਆਂ ਜਿਹੜੀਆਂ ਬੜਾ ਸੋਹਣਾ ਨਿਰਤ ਕਰਨ ਜਾਣਦੀਆਂ ਨੇ, ਉਹਨਾਂ ਨੂੰ ਭੇਜੋ। ਕਹਿੰਦੇ ਉਹ ਲੜਕੀਆਂ ਗਈਆਂ, ਬੜਾ ਸੋਹਣਾ ਉਹ ਡਾਂਸ ਕਰਨਾ ਜਾਣਦੀਆਂ ਨੇ, ਤੇ ਬਾਬੇ ਦੇ ਸਾਹਮਣੇ ਜਾ ਕੇ ਨੱਚਣ ਲੱਗ ਪਈਆਂ। ਜਦੋਂ ਨੱਚਣ ਲੱਗ ਪਈਆਂ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਨੇਤਰ ਖੋਲੇ ਨੇ ਅਤੇ ਜੋ ਬੜੇ ਪ੍ਰੇਮ ਦੇ ਨਾਲ ਉਹਨਾਂ ਵੱਲ ਦੇਖ ਕੇ ਆਖਦੇ ਨੇ, ਕਹਿੰਦੇ ਗਾਛਾ ਪੁੱਤਰੀ ਰਾਜ ਕੁਆਰ ਨਾਮ ਭਣੋ ਸੱਚ ਦੂਤ ਸਵਾਰ। ਧੀਓ ਤੁਸੀਂ ਨੱਚਦੀਆਂ ਹੋ, ਸੋਹਣਾ ਹੈ, ਨੱਚ ਟੱਪ ਕੇ ਪੈਸੇ ਕਮਾਉਂਦੀਆਂ, ਇਹਦੇ ਨਾਲ ਤੁਹਾਡਾ ਜੀਵਨ ਦਾ ਗੁਜ਼ਾਰਾ ਚੱਲਦਾ, ਠੀਕ ਹੈ। ਪਰ ਜੇ ਕਿਤੇ ਉਸ ਪਰਮੇਸ਼ਰ ਦੇ ਸ਼ਬਦਾਂ ਦੇ ਉੱਪਰ ਆਪਣੇ ਮਨ ਨੂੰ ਨਚਾ ਲਓ ਤਾਂ ਤੁਹਾਨੂੰ ਕਿਸੇ ਦੀ ਖੁਸ਼ਾਮਦ ਕਰਨ ਦੀ ਲੋੜ ਨਹੀਂ ਪੈਣੀ। ਉਹ ਪਰਮ ਪਿਤਾ ਪਰਮਾਤਮਾ ਦੀ ਖੁਸ਼ਾਮਦ ਕਰਕੇ ਇੱਕ ਵਾਰੀ ਉਹਨੂੰ ਖੁਸ਼ ਕਰ ਲਿਆ, ਫਿਰ ਬਾਰ-ਬਾਰ ਜੂਨਾਂ ਵਿੱਚ ਨੱਚਣਾ ਹੀ ਤੁਹਾਡਾ ਬੰਦ ਹੋ ਜਾਏਗਾ। ਬਾਰ-ਬਾਰ ਜੂਨਾਂ ਵਿੱਚ ਨਹੀਂ ਨੱਚੋਗੀਆਂ, ਉਹਦੇ ਅੱਗੇ ਨੱਚ ਕੇ ਉਹਦੇ ਵਿੱਚ ਹੀ ਅਭੇਦ ਹੋ ਜਾਈਦਾ ਹੈ। ਧੀਓ ਸੱਚਾ ਨਾਚ ਉਸ ਪਰਮੇਸ਼ਰ ਅੱਗੇ ਨੱਚੋ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਸੁੰਦਰ ਲੜਕੀਆਂ ਨੂੰ ਧੀ ਕਹਿ ਕੇ ਸੰਬੋਧਨ ਕੀਤਾ,
ਉਹਨਾਂ ਲੜਕੀਆਂ ਦੀਆਂ ਅੱਖਾਂ ਵਿੱਚ ਨੀਰ ਹੈ। ਅੱਖਾਂ ਵਿੱਚ ਨੀਰ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪੈਂਦੀਆਂ ਨੇ, ਕਹਿੰਦੀਆਂ ਬਾਬਾ ਇੱਕ ਤੂੰ ਹੀ ਹੈ ਜਿਹੜਾ ਸਾਨੂੰ ਦੇਖ ਕੇ ਧੀ ਕਹਿ ਰਿਹਾ ਹੈ। ਸਾਨੂੰ ਅੱਜ ਤੱਕ ਕਿਸੇ ਨੇ ਧੀ ਨਹੀਂ ਆਖਿਆ, ਸਾਨੂੰ ਗਲਤ ਨਿਗਾਹ ਦੇ ਨਾਲ ਦੇਖਦੇ ਨੇ, ਗਲਤ ਕਮੈਂਟ ਸਾਡੇ ਉੱਪਰ ਕਰਦੇ ਨੇ। ਇੱਕ ਤੂੰ ਹੀ ਹੈ ਜਿਹੜਾ ਸਾਨੂੰ ਧੀ ਕਹਿ ਕੇ ਸੰਬੋਧਨ ਕਰ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨੀ ਲਿਪਟੀਆਂ ਤੇ ਜਾ ਕੇ ਦੱਸਦੀਆਂ ਨੇ, ਕਹਿੰਦੀਆਂ ਰਾਜਨ ਇਹ ਉਹ ਨਹੀਂ ਜਿਹੜਾ ਕੁਝ ਤੂੰ ਸਮਝ ਰਿਹਾ ਹੈ, ਇਹ ਤੋਂ ਸੱਚਮੁੱਚ ਦਾ ਨਾਨਕ ਹੈ। ਇਹਦੇ ਅੱਗੇ ਨਾ ਤੋਂ ਪਦਾਰਥ ਤੇ ਨਾ ਹੀ ਰੂਪ ਦਾ ਵਾਹਨ, ਇਹ ਕੁਝ ਨਹੀਂ ਚੱਲਦਾ। ਇਹ ਤੋਂ ਉਸ ਪਰਮੇਸ਼ਰ ਦੇ ਨਾਲ ਜੁੜਿਆ ਹੈ ਤੇ ਹਰ ਇੱਕ ਸ਼ੈ ਦੇ ਵਿੱਚ ਇਹ ਉਸ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਹੀ ਤੱਕਦਾ ਹੈ। ਜਾਂ ਉਸ ਦੇ ਚਰਨਾਂ ਦੇ ਨਾਲ ਜੁੜ ਜਾ, ਉਹਦੇ ਚਰਨਾਂ ਦੇ ਨਾਲ ਜੁੜ ਕੇ ਉਹ ਤੋਂ ਆਪਣੀ ਭੁੱਲ ਬਖਸ਼ਾ ਲਾ ਤੇ ਉਹਦੀ ਸੇਵਾ ਕਰਕੇ ਉਪਦੇਸ਼ ਕਮਾ ਕੇ ਆਪਣਾ ਜੀਵਨ ਜਿਹੜਾ ਹੈ ਸਫਲ ਕਰ ਲੈਣਾ ਕਰ। ਕਹਿੰਦੇ ਜਦੋਂ ਇਸ ਤਰ੍ਹਾਂ ਜਾ ਕੇ ਦੱਸਿਆ, ਸ਼ਿਵਨਾਥ ਬੜਾ ਆਨੰਦਿਤ ਹੋਇਆ, ਦੌੜ ਕੇ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲਿਪਟ ਜਾਂਦਾ ਹੈ ਤੇ ਪਾਤਸ਼ਾਹ ਤੋਂ ਆਪਣੀ ਭੁੱਲ ਦੀ ਖਿਮਾ ਵੀ ਮੰਗਦਾ ਹੈ। ਕਹਿੰਦਾ ਪਾਤਸ਼ਾਹ ਗਲਤੀ ਬਹੁਤ ਵੱਡੀ ਹੋ ਗਈ, ਪਰ ਪਾਤਸ਼ਾਹ ਜੀ ਇਹ ਜ਼ਰੂਰੀ ਸੀ। ਜਦੋਂ ਦਾ ਲੋਕਾਂ ਨੂੰ ਪਤਾ ਲੱਗਾ ਕਿ ਸ਼ਿਵਨਾਥ ਜਿਹੜਾ ਹੈ ਉਹ ਬਾਬੇ ਨਾਨਕ ਦੀ ਉਡੀਕ ਕਰ ਰਿਹਾ ਹੈ, ਬਾਬੇ ਨਾਨਕ ਦੇ ਦੀਦਾਰੇ ਲੋਚਦਾ ਹੈ, ਤੇ ਪਾਤਸ਼ਾਹ ਜੀ ਪਤਾ ਹੀ ਨਹੀਂ ਕਿੰਨੇ ਕੁ ਨਾਨਕ ਮੇਰੇ ਕੋਲੇ ਆ ਗਏ। ਇੱਕ ਨਾਨਕ ਬਣ ਜਾਂਦਾ, ਇੱਕ ਨਾਲ ਮਰਦਾਨੇ ਨੂੰ ਲੈ ਆਉਂਦਾ ਤੇ ਆ ਕੇ ਮੈਨੂੰ ਝੂਠਾ ਜਿਹਾ ਉਪਦੇਸ਼ ਕੋਈ ਦੇ ਦਿੰਦੇ ਅਤੇ ਜੋ ਮੇਰੇ ਤੋਂ ਧਨ ਪਦਾਰਥ ਠੱਗ ਕੇ ਤੁਰਦੇ ਲੱਗਦੇ। ਪਾਤਸ਼ਾਹ ਜੀ ਨਿੱਤੀ ਕੋਈ ਨਵਾਂ ਨਾਨਕ, ਨਿੱਤੀ ਕੋਈ ਨਵਾਂ ਨਾਨਕ ਆਇਆ ਰਹਿੰਦਾ। ਤੇ ਪਾਤਸ਼ਾਹ ਜੀ ਫਿਰ ਪਰਖ ਕਰਨ ਦੇ ਲਈ ਮੈਂ ਇਸ ਤਰ੍ਹਾਂ ਕੀਤਾ, ਅਜੇ ਵੀ ਕਿੰਨੇ ਹੀ ਨਾਨਕ ਨੇ ਜਿਹੜੇ ਉਹ ਜੇਲ੍ਹ ਵਿੱਚ ਕੈਦ ਹਨ, ਉਹਨਾਂ ਨੂੰ ਕੈਦ ਕੀਤਾ ਹੋਇਆ ਹੈ, ਧੋਖਾ ਕਰ ਰਹੇ ਸਨ। ਤੋ ਪਾਤਸ਼ਾਹ ਜੀ ਮੈਨੂੰ ਮਾਫੀ ਦਿਓ, ਜੋ ਆਪ ਜੀ ਦੇ ਜੋ ਸਿੱਖਾਂ ਨੇ ਆਪ ਜੀ ਬਾਰੇ ਦੱਸਿਆ ਸੀ ਬਿਲਕੁਲ ਅਜਿਹੇ ਹੀ ਆਪ ਦੇਖੇ ਹੋ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਢੀਠ, ਜਿਹੋ ਜਿਹਾ ਤੇਰੇ ਬਾਰੇ ਸੁਣਿਆ ਸੀ ਤੂੰ ਬਿਲਕੁਲ ਉਹ ਜਿਹਾ ਹੀ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਹੀਂ ਭਾਈ ਤੂੰ ਬੜਾ ਚੰਗਾ ਕੀਤਾ, 2 ਰੁਪਈਆਂ ਦੀ ਚੀਜ਼ ਲਈਏ ਉਹਦੀ ਵੀ ਪੂਰੀ ਪਰਖ ਕਰਕੇ ਇਹ ਜੀਵ ਲੈਂਦਾ ਹੈ, ਪਰ ਗੁਰੂ ਵੇਲੇ ਗੁਰੂ ਧਾਰਨ ਕਰਨ ਵੇਲੇ ਇਹ ਅੱਖਾਂ ਮੀਚ ਲੈਂਦਾ ਹੈ। ਇਹ ਨਹੀਂ ਹੋਣਾ ਚਾਹੀਦਾ। ਗੁਰੂ ਧਾਰਨ ਕਰਨਾ ਹੈ, ਗੁਰੂ ਵੀ ਪਰਖ ਕੇ ਧਾਰਨ ਕਰਨਾ ਚਾਹੀਦਾ ਹੈ। ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਹੀ ਹੈ ਜਿਸ ਨੇ ਇਸ ਜੀਵ ਦਾ ਆਤਮਾ ਦਾ ਮੇਲ ਜਿਹੜਾ ਹੈ ਪਰਮਾਤਮਾ ਦੇ ਨਾਲ ਕਰਵਾਉਣਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਹੁਣ ਕੁਝ ਸਮਾਂ ਉੱਥੇ ਰਹਿੰਦੇ ਨੇ, ਸਤ ਸੰਗਤ ਹੁੰਦੀ ਹੈ, ਸੱਚ ਦਾ ਉਪਦੇਸ਼ ਉਹਨਾਂ ਨੂੰ ਬਖਸ਼ਦੇ ਨੇ ਤੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਕਮਾ ਲੈਂਦੇ ਨੇ, ਬਾਬਾ ਜੀ ਕਹਿੰਦੇ ਉਹਦਾ ਉਧਾਰ ਹੋ ਜਾਂਦਾ ਹੈ। ਇਸ ਲਈ ਜੋ ਵਿਦਵਾਨ ਲੋਕ ਕਹਿੰਦੇ ਨੇ ਕਿ ਜਿਹੜਾ ਗੁਰੂ ਹੈ ਸਤਿਪੁਰਸ਼ ਨੇ, ਸਤਿਪੁਰਸ਼ਾਂ ਦਾ ਜਿਹੜਾ ਜੀਵਨ ਹੁੰਦਾ ਹੈ, ਸੱਚ ਪੁਰਸ਼ਾਂ ਦੇ ਜਿਹੜੇ ਉਪਦੇਸ਼ ਹੁੰਦੇ ਨੇ, ਇਹ ਦਵਾਈ ਦੀ ਤਰ੍ਹਾਂ ਹੁੰਦੇ ਨੇ। ਜਿਹੜਾ ਵੀ ਕਿਸੇ ਵੀ ਜੋ ਮਰਜ਼ ਦਾ ਰੋਗੀ ਹੋਵੇ ਉਹ ਆ ਕਰਕੇ ਗੁਰੂ ਦੇ ਉਪਦੇਸ਼ ਰੂਪੀ ਦਵਾਈ ਨੂੰ ਗ੍ਰਹਿਣ ਕਰੇ ਤੇ ਜਿਵੇਂ ਗ੍ਰਹਿਣ ਕਰਦਾ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਉਹਦਾ ਜਿਹੜਾ ਰੋਗ ਹੈ ਉਹ ਮਿਟਦਾ ਜਾਂਦਾ ਹੈ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਜੀ ਪੂਰੇ ਵੈਦ ਨੇ, 5 ਰੋਗਾਂ ਦੀ ਦਾਰੂ ਕਿਤੋਂ ਨਹੀਂ ਮਿਲਦੀ ਹੋਰ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਤੇ ਹੰਕਾਰ ਦੀ। ਇਹਨਾਂ 5 ਰੋਗਾਂ ਦੀ ਜਿਹੜੀ ਦਾਰੂ ਹੈ ਇਹ ਗੁਰੂ ਤੋਂ ਬਿਨਾਂ ਹੋਰ ਕਿਤੋਂ ਨਹੀਂ ਮਿਲਦੀ ਹੈ। ਤੇ ਪਾਤਸ਼ਾਹ ਕਹਿੰਦੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਇਹ ਭਾਈ ਜੋ ਸਤਿਗੁਰੂ ਪੂਰੇ ਵੈਦ ਕੋਲੋਂ ਹੀ ਇਹ ਦਵਾਈ ਮਿਲਦੀ ਹੈ, ਜਿਹੜਾ ਉਹ ਦਵਾਈ ਲੈ ਲੈਂਦਾ ਹੈ, ਉਹ ਦਵਾਈ ਲੈ ਲੈਣੀ ਤੇ ਉਹਨੂੰ ਵਰਤ ਲੈਣਾ ਇਹ ਔਖਾ ਹੈ, ਔਖੀ ਕਾਰ ਹੈ। ਗੁਰੂ ਦੇ ਉਪਦੇਸ਼ ਨੂੰ ਲੈ ਕੇ ਸਮਝਣਾ, ਸਮਝ ਕੇ ਉਹਦੀ ਕਮਾਈ ਕਰਨਾ। ਵਿਦਵਾਨ ਲੋਕ ਕਹਿੰਦੇ ਨੇ, ਕਹਿੰਦੇ ਆਪੇ ਨਾਲ ਝਗੜਾ, ਆਪੇ ਨਾਲ ਸੱਥ, ਆਪ ਹੀ ਮੰਝ ਸਮਾਏ।
ਬਾਣੀ ਦਾ ਵਚਨ ਹੈ। ਪਾਤਸ਼ਾਹ ਕਹਿੰਦੇ ਨੇ ਭਾਈ ਇਹ ਇਸ ਤਰ੍ਹਾਂ ਦਾ ਹੈ ਗੁਰੂ ਦਾ ਉਪਦੇਸ਼ ਕਮਾਉਣਾ ਜਿਵੇਂ ਹਵਾ ਦੇ ਵਿੱਚ ਤਲਵਾਰਾਂ ਮਾਰਨੀਆਂ ਨੇ। ਕੋਈ ਵੈਰੀ ਹੋਵੇ ਉਹਦੇ ਨਾਲ ਤਲਵਾਰ ਨਾਲ ਬੰਦਾ ਲੜ ਲਵੇ, ਇਕੱਲਾ ਹੀ ਹਵਾ ਦੇ ਵਿੱਚ ਕਿੰਨੀ ਕੁ ਦੇਰ ਤਲਵਾਰਾਂ ਮਾਰੀ ਜਾਏਗਾ। ਇਹ ਇਕੱਲਾ ਹਵਾ ਦੇ ਵਿੱਚ ਤਲਵਾਰਾਂ ਮਾਰਨਾ ਇਹੋ ਜਿਹਾ ਹੀ ਕੰਮ ਹੈ ਗੁਰੂ ਦੇ ਉਪਦੇਸ਼ ਨੂੰ ਕਮਾਉਣਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਪਰ ਜਿਹੜਾ ਇਸ ਉਪਦੇਸ਼ ਨੂੰ ਕਮਾ ਲੈਂਦਾ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ, ਫਿਰ ਗੁਰੂ ਕਿਰਪਾ ਦੁਆਰਾ ਉਹਦਾ ਉਧਾਰ ਹੁੰਦਾ ਹੈ। ਸੋ ਭਾਈ ਆਪਾਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਦਿਹਾੜੇ ਮਨਾ ਰਹੇ ਹਾਂ। ਪਾਤਸ਼ਾਹ ਜੀ ਕਿਰਪਾ ਕਰਨ ਜੋ ਉਪਦੇਸ਼ ਤੇ ਚੱਲਣ ਦੀ ਤਾਕਤ ਬਖਸ਼ਣ, ਕਿਉਂਕਿ ਪਾਤਸ਼ਾਹ ਜੀ ਉਪਦੇਸ਼ ਦੇ ਗਏ ਨੇ। 1469 ਤੋਂ ਲੈ ਕੇ 1708 ਤੱਕ 239 ਵਰੇ ਦਾ ਸਮਾਂ ਹੈ। 239 ਵਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਹੀ ਦਿੱਤੇ ਨੇ ਤੇ ਉਪਦੇਸ਼ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਚਨਾ ਕਰਕੇ ਜੋ ਸੰਸਾਰ ਦੇ ਉੱਪਰ ਬਹੁਤ ਵੱਡਾ ਪਰ ਉਪਕਾਰ ਕੀਤਾ ਹੈ। ਪਰ ਉਹ ਪਰ ਉਪਕਾਰ ਕਰ ਗਏ ਨੇ, ਉਪਕਾਰ ਉਹ ਕਰਕੇ ਗਏ ਨੇ ਜਗਤ ਵਿੱਚ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਹ ਭਾਈ ਉਹਨਾਂ ਨੇ ਉਪਕਾਰ ਕੀਤਾ ਹੈ, ਪਰ ਉਹ ਤੋਂ ਸਿੱਖਿਆ ਲੈ ਕੇ ਉਹਦੇ ਉਪਦੇਸ਼ ਨੂੰ ਕਮਾ ਕੇ ਤੂੰ ਇੱਕ ਪਰਉਪਕਾਰ ਆਪਣੇ ਆਪ ਤੇ ਵੀ ਕਰਨਾ ਹੈ। ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਆਪਣੀ ਰੂਹ ਦੇ ਉੱਪਰ ਪਰਉਪਕਾਰ ਕਰ ਲਾ। ਇਹ ਰੂਹ ਜਿਹੜੀ ਹੈ ਬਾਰ-ਬਾਰ ਜੰਮਦੀ ਮਰਦੀ ਆ ਰਹੀ ਹੈ। ਰੂਹ ਨਹੀਂ ਜੰਮਦੀ ਮਰਦੀ, ਬਾਰ-ਬਾਰ ਸਰੀਰਾਂ ਵਿੱਚ ਆਉਂਦੀ ਜਾ ਰਹੀ ਹੈ, ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ, ਇਹ ਕਦੇ ਮਰਦੀ ਨਹੀਂ ਹੈ। ਅਤੇ ਤੇਰੇ ਉਪਦੇਸ਼ ਨਾ ਕਮਾਉਣ ਕਰਕੇ ਪਾਤਸ਼ਾਹ ਕਹਿੰਦੇ ਜੰਮ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ। ਕਿਤੇ ਕਾਂ ਬਣਨਾ ਪੈ ਰਿਹਾ, ਕਿਤੇ ਕੁੱਤਾ ਬਣਨਾ ਪੈ ਰਿਹਾ, ਕਿਤੇ ਮੱਛੀ ਬਣਨਾ ਪੈ ਰਿਹਾ, ਕਿਤੇ ਡੱਡੂ ਬਣਨਾ ਪੈ ਰਿਹਾ। ਇਤਿਆਦਕ ਇਹਨਾਂ ਜੂਨਾਂ ਦੇ ਵਿੱਚ ਪ੍ਰਵਿਰਤ ਹੁੰਦੀ ਜਾ ਰਹੀ ਹੈ ਇਹ ਰੂਹ। ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਗੁਰੂ ਦਾ ਉਪਦੇਸ਼ ਕਮਾਉਣਾ ਕਰ। ਗੁਰੂ ਦਾ ਉਪਦੇਸ਼ ਜਦੋਂ ਕਮਾ ਲਿਆ ਫਿਰ ਪਾਤਸ਼ਾਹ ਕਹਿੰਦੇ ਨੇ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ। ਫਿਰ ਤੇਰੀ ਇਹ ਸੰਸਾਰਕ ਯਾਤਰਾ ਸਫਲੀ ਹੋ ਜਾਏਗੀ, ਪੂਰੀ ਹੋ ਜਾਏਗੀ। ਯਾਤਰਾ ਸਫਲ ਕਰਕੇ ਤੂੰ ਇਸ ਜਗਤ ਵਿੱਚੋਂ ਜਾਏਗਾ। ਤੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨਿਰੰਕਾਰ ਜੀ ਉਹ ਕਿਰਪਾ ਕਰਕੇ ਆਪਣੇ ਵਿੱਚ ਤੈਨੂੰ ਮੇਲ ਲੈਣਗੇ। ਸੋ ਕੋਈ ਸਮਾਂ ਹੋ ਗਿਆ ਹੈ, ਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ, ਕੀਰਤਨ ਵਿਚਾਰਾਂ ਕਰਦੇ ਹਾਂ। ਬੇਅੰਤ ਕਿਸਮ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਪਾਤਸ਼ਾਹ ਜੀ ਅਤੇ ਪਾਤਸ਼ਾਹ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਆਪਾਂ ਸ਼ਬਦ ਦੀਆਂ ਕੀਰਤਨਾਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਤੇਰਾ ਅੰਤ ਨ ਜਾਣਾ ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੇਰਾ ਅੰਤ ਨ ਜਾਣਾ, ਤੇਰਾ ਅੰਤ ਨ ਜਾਣਾ ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੇਰਾ ਅੰਤ ਨ ਜਾਣਾ, ਤੇਰਾ ਅੰਤ ਨ ਜਾਣਾ ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਤੂੰ ਆਪੇ ਸਰਬ ਸਮਾਣਾ। ਤੇਰਾ ਅੰਤ ਨ ਜਾਣਾ, ਤੇਰਾ ਅੰਤ ਨ ਜਾਣਾ ਮੇਰੇ ਲਾਲ ਜੀਓ, ਮੇਰੇ ਲਾਲ ਜੀਓ। ਤੇਰਾ ਅੰਤ ਨ ਜਾਣਾ, ਤੇਰਾ ਅੰਤ ਨ ਜਾਣਾ
मेरे लाल जियो, मेरे लाल जियो, मेरे लाल जियो, मेरे लाल जियो, मेरे लाल जियो। वाहिगुरु। राम कली महला तीजा नंद